ਸਤਿ ਸ਼੍ਰੀ ਅਕਾਲ ਜੀ। ਆਪ ਸਭ ਦਾ ਸਵਾਗਤ ਹੈ ਜੈਮ ਸਟੱਡੀ ਚੈਨਲ ਦੇ। ਅੱਜ ਆਪਾਂ ਹਿਸਟਰੀ ਦਾ ਸੈਕਿੰਡ ਲੈਕਚਰ ਕਰਨ ਜਾ ਰਹੇ ਹਾਂ, ਜਿਸ ਵਿੱਚ ਵੈਦਿਕ ਸੱਭਿਅਤਾ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ, ਜਿਸ ਦੇ ਨਾਲ ਤੁਹਾਡੇ ਮਾਸਟਰ ਕੇਡਰ, PS ਟੈਟ ਅਤੇ C ਟੈਟ ਦੇ ਸਾਰੇ ਜਿਹੜੇ ਕੁਐਸਚਨ ਆ ਉਹ ਹੱਲ ਹੋ ਜਾਣਗੇ। ਜਿਨ੍ਹਾਂ ਬੱਚਿਆਂ ਨੇ ਪੰਜਾਬੀ ਦਾ ਮਾਸਟਰ ਕੇਡਰ ਦੇਣਾ ਹੈ ਜਾਂ ਫਿਰ PS ਟੈਟ ਜਾਂ C ਟੈਟ ਦੀ ਤਿਆਰੀ ਕਰਨੀ ਹੈ ਪੰਜਾਬੀ ਦੀ, ਤਾਂ ਉਹ ਸੁਪੀਰੀਅਰ ਸਟੱਡੀ ਚੈਨਲ ਆ, ਉੱਥੇ ਜਾ ਕੇ ਕਲਾਸ ਲਗਾ ਸਕਦੇ ਹਨ, ਜਿੱਥੇ ਹਰ ਰੋਜ਼ ਪੰਜਾਬੀ ਭਾਸ਼ਾ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ। ਅਤੇ ਚੈਨਲ ਦਾ ਜੋ ਲਿੰਕ ਹੈ ਉਹ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪਾ ਦਿਆਂਗੀ। ਸੋ ਅੱਜ ਦੀ ਜੋ ਕਲਾਸ ਹੈ ਵੈਦਿਕ ਸੱਭਿਅਤਾ, ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਇਸ ਲੈਕਚਰ ਦੇ ਵਿੱਚ। ਹਾਂਜੀ, ਅੱਜ ਆਪਾਂ ਕਰਨ ਜਾ ਰਹੇ ਹਾਂ ਵੈਦਿਕ ਸੱਭਿਅਤਾ, ਜਾਂ ਜਿਸ ਨੂੰ ਆਪਾਂ ਕਹਿ ਲਈਏ ਆਰੀਆ ਸੱਭਿਅਤਾ। ਸਿੰਧੂ ਘਾਟੀ ਸੱਭਿਅਤਾ ਤੋਂ ਬਾਅਦ ਜਿਹੜੀ ਉਹ ਆਰੀਆ ਸੱਭਿਅਤਾ ਆਈ। ਆਪਾਂ ਸਿੰਧੂ ਘਾਟੀ ਸੱਭਿਅਤਾ ਉਹਦੇ ਬਾਰੇ ਪਹਿਲੇ ਲੈਕਚਰ ਵਿੱਚ ਗੱਲ ਕਰੀ ਹੈ, ਅਤੇ ਉਹ ਵੀਡੀਓ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ, ਉੱਥੇ ਪਈ ਹੈ। ਤਾਂ ਉਸ ਤੋਂ ਬਾਅਦ ਆਈ ਸੀਗੀ ਜੀ ਵੈਦਿਕ ਸੱਭਿਅਤਾ। ਪਹਿਲਾਂ ਸੀਗੀ ਸਿੰਧੂ ਸੱਭਿਅਤਾ, ਸਿੰਧੂ ਘਾਟੀ ਸੱਭਿਅਤਾ, ਜਿਹਨੂੰ ਆਪਾਂ ਹੜੱਪਾ ਸੱਭਿਅਤਾ ਕਹਿ ਲੈਂਦੇ। ਉਸ ਤੋਂ ਬਾਅਦ ਆਈ ਆਰੀਆ ਸੱਭਿਅਤਾ, ਵੈਦਿਕ ਸੱਭਿਅਤਾ। ਆਰੀਆ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਹਦਾ ਮਤਲਬ ਹੈ ਜੀ ਸੱਜਣ ਅਤੇ ਕੁਲੀਨ, ਸਿੱਖਿਅਕ, ਸਰਬੋਤਮ ਅਤੇ ਸੱਭਿਅਕ ਲੋਕ। ਇਹਦਾ ਮੀਨਿੰਗ ਹੈ, ਆਰੀਆ ਦਾ ਮੀਨਿੰਗ ਹੈ ਜੋ ਕਿ ਸੰਸਕ੍ਰਿਤ ਭਾਸ਼ਾ ਤੋਂ ਆਇਆ, ਸੱਜਣ, ਕੁਲੀਨ, ਸਿੱਖਿਅਕ, ਸਰਬੋਤਮ ਅਤੇ ਸੱਭਿਅਕ ਲੋਕ। ਜਿਹੜੇ ਆਰੀਆ ਲੋਕ ਸੀਗੇ, ਇਹਨਾਂ ਦਾ ਜਿਹੜਾ ਅਪੀਅਰੈਂਸ ਸੀ, ਲੁੱਕ ਸੀ, ਉਹ ਕਿਹੋ ਜਿਹੀ ਸੀ? ਕੱਦ ਇਹਨਾਂ ਦੇ ਲੰਮੇ ਸੀ, ਰੰਗ ਗੋਰਾ ਸੀ, ਸਰੀਰ ਸੁੰਦਰ ਸੀ, ਮਜ਼ਬੂਤ ਸੀ, ਬਹਾਦਰ ਸੀ ਅਤੇ ਸਾਹਸੀ ਸੀ। ਮੋਸਟਲੀ ਇਹ ਜਿਹੜਾ ਲਾਈਕ ਕਰਦੇ ਸੀ ਯੁੱਧ ਨੂੰ, ਇਹ ਯੁੱਧ ਪ੍ਰਿਯ ਲੋਕ ਸੀਗੇ, ਯੁੱਧ ਕਰਨ ਵਿੱਚ ਯਕੀਨ ਰੱਖਦੇ ਸੀ। ਨੈਕਸਟ ਹੈ ਜੀ, ਇਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਜਿਹੜਾ ਕਾਲ ਹੈ, ਇੱਕ ਵੈਦਿਕ ਰਿਗਵੈਦਿਕ ਕਾਲ, ਇੱਕ ਉੱਤਰ ਵੈਦਿਕ ਕਾਲ। ਜਿਹੜਾ ਰਿਗਵੈਦਿਕ ਕਾਲ ਆ ਉਹਦਾ ਟਾਈਮ ਪੀਰੀਅਡ ਮੰਨਦੇ ਆ 1000 ਈਸਾ ਪੂਰਵ ਤੋਂ 600 ਈਸਾ ਪੂਰਵ, ਅਤੇ ਜੋ ਉੱਤਰ ਵੈਦਿਕ ਕਾਲ ਆ ਉਹਦਾ 1500 ਤੋਂ 1000 ਈਸਾ ਪੂਰਵ। ਇਹਦੇ ਵਿੱਚ ਥੋੜ੍ਹਾ ਜਿਹਾ ਹੀ ਫਰਕ ਹੈ, ਬਾਕੀ ਸਾਰੀਆਂ ਚੀਜ਼ਾਂ ਸੇਮ ਹੀ ਸੀ। ਆਰੀਆ ਸੀ ਜਿਹੜੇ ਸਭ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਆਏ। ਜਿਹੜੇ ਆਰੀਆ ਲੋਕ ਸੀਗੇ ਇਹ ਭਾਰਤ ਅਤੇ ਪਾਕਿਸਤਾਨ ਵਿੱਚ ਸਭ ਤੋਂ ਪਹਿਲਾਂ ਆਏ ਸੀ। ਇਹਨਾਂ ਦਾ ਮੂਲ ਸਥਾਨ ਮੱਧ ਏਸ਼ੀਆ, ਜੋ ਪ੍ਰਮਾਣਿਕ ਤੌਰ 'ਤੇ ਮੰਨਿਆ ਜਾਂਦਾ। ਆਰੀਆ ਸੱਭਿਅਤਾ ਨੂੰ ਵੈਦਿਕ ਸੱਭਿਅਤਾ ਕਿਹਾ ਜਾਂਦਾ। ਜਿਹੜੀ ਆਰੀਆ ਸੱਭਿਅਤਾ ਉਹਨੂੰ ਹੀ ਆਪਾਂ ਵੈਦਿਕ ਸੱਭਿਅਤਾ ਕਹਿੰਦੇ ਹਾਂ, ਜੋ ਆਪਾਂ ਆਲਰੇਡੀ ਪਹਿਲਾਂ ਕਰ ਚੁੱਕੇ ਹਾਂ। ਇਸ ਤੋਂ ਬਾਅਦ ਆਪਾਂ ਹੁਣ ਜੀ ਕਰਨ ਜਾ ਰਹੇ ਹਾਂ ਆਰੀਆ ਦੇ ਜਿਹੜੇ ਸਥਾਨ ਆ, ਟਿਕਾਣੇ ਆ, ਵੀ ਇਹ ਕਿੱਥੋਂ ਆਏ, ਉਹਨਾਂ ਦੇ ਬਾਰੇ ਵਿਦਵਾਨਾਂ ਦੇ ਵਿੱਚ ਵੱਖ-ਵੱਖ ਮਤਭੇਦ ਪਾਏ ਜਾਂਦੇ ਆ। ਆਪਾਂ ਪਹਿਲਾਂ ਹੀ ਆਲਰੇਡੀ ਕਰ ਚੁੱਕੇ ਹਾਂ ਕਿ ਜਿਹੜਾ ਮੂਲ ਸਥਾਨ ਆ, ਜਿਹੜਾ ਆਪਾਂ ਪ੍ਰਮਾਣਿਕ ਮੰਨ ਰਹੇ ਹੋ ਮੱਧ ਏਸ਼ੀਆ ਹੀ ਮੰਨਾਂਗੇ। ਪਰ ਫਿਰ ਵੀ ਜਿਹੜੇ ਬਾਕੀ ਆ ਪ੍ਰਸ਼ਨ ਪੁੱਛ ਲੈਂਦੇ ਆ ਵੀ ਕਿਸ ਨੇ ਕਿਹਾ ਕਿ ਇਹ ਤਿੱਬਤ ਤੋਂ ਆਇਆ ਜਾਂ ਉੱਤਰੀ ਧਰੁਵ ਤੋਂ ਆਇਆ, ਤਾਂ ਉਸ ਕਰਕੇ ਆਪਾਂ ਜਿਹੜੇ ਮਤਭੇਦ ਵਾਲੇ ਟਿਕਾਣੇ ਵੀ ਕਰਾਂਗੇ। ਪਹਿਲੇ ਜੀ ਸਵਾਮੀ ਦਇਆਨੰਦ ਕਹਿੰਦੇ ਜੀ ਇਹ ਤਿੱਬਤ ਤੋਂ ਆਏ ਸੀ। ਗੰਗਾਧਰ ਤਿਲਕ ਅਨੁਸਾਰ ਉੱਤਰੀ ਧਰੁਵ ਦੇ ਰਹਿਣ ਵਾਲੇ ਸੀ ਆਰੀਆ ਲੋਕ। ਵਿਸ਼ਵਾਸਯੋਗ ਜਿਹੜਾ ਕਥਨ ਆਪਾਂ ਮੰਨਦੇ ਹਾਂ ਉਹ ਹੈਗਾ ਜੀ ਜਰਮਨੀ ਦੇ ਮੈਕਸ ਮੂਲਰ ਸੀ। ਜਰਮਨੀ ਦੇ ਮੈਕਸ ਮੂਲਰ ਨੇ ਕਿਹਾ ਸੀ ਕਿ ਮੱਧ ਏਸ਼ੀਆ ਤੋਂ ਆਇਆ। ਜੋ ਵਿਸ਼ਵਾਸਯੋਗ ਕਥਨ ਆ ਅਤੇ ਪ੍ਰਮਾਣਿਤ ਮੰਨਿਆ ਜਾਂਦਾ। ਜੇਕਰ ਆਪਾਂ ਨੂੰ ਪ੍ਰਸ਼ਨ ਆਊਗਾ ਵੀ ਕਿੱਥੋਂ ਆਏ ਸੀ, ਕੋਈ ਹੋਰ ਆਪਸ਼ਨ ਆ, ਤਾਂ ਆਪਾਂ ਉੱਥੇ ਸਿਰਫ ਮੱਧ ਏਸ਼ੀਆ ਹੀ ਟਿਕ ਕਰਾਂਗੇ, ਇਹੀ ਹੀ ਪ੍ਰਮਾਣਿਤ ਮੰਨਿਆ ਜਾਂਦਾ। ਬਟ ਜੇਕਰ ਉਹ ਪੁੱਛ ਰਿਹਾ ਕਿ ਉੱਤਰੀ ਧਰੁਵ ਤੋਂ ਆਏ ਸੀ ਜੋ ਆਰੀਆ ਲੋਕ, ਉਹ ਕਿਸ ਨੇ ਕਿਹਾ ਹੈ? ਇਹ ਗੰਗਾਧਰ ਤਿਲਕ ਨੇ, ਠੀਕ ਹੈ, ਜਾਂ ਤਿੱਬਤ ਦੇ ਰਹਿਣ ਵਾਲੇ ਸੀ ਇਹ ਸਵਾਮੀ ਦਇਆਨੰਦ ਨੇ ਕਿਹਾ ਸੀ। ਭਾਰਤ, ਹਾਂਜੀ ਨੈਕਸਟ ਹੈ, ਭਾਰਤ ਵਿੱਚ ਵਸਣ ਲਈ ਸੈਂਕੜੇ ਸਾਲ ਲੱਗ ਗਏ ਇਹਨਾਂ ਨੂੰ। ਇਹਨਾਂ ਦਾ ਕੋਈ ਮੰਤਵ ਨਹੀਂ ਸੀ ਕਿ ਵੀ ਇਹ ਯੁੱਧ ਕਰਨਗੇ। ਇਹ ਲੜਾਕੂ ਸੀ ਥੋੜ੍ਹੇ ਜਿਹੇ, ਬਟ ਇਹਨਾਂ ਦਾ ਇਹ ਮੰਤਵ ਨਹੀਂ ਸੀ ਕਿ ਉੱਥੇ ਲੜਨਾ, ਇੱਥੇ ਤਾਂ ਵਸਣ ਆਏ ਸੀ ਭਾਰਤ ਦੇ ਵਿੱਚ। ਇਸ ਤੋਂ ਬਿਨਾਂ ਜੀ ਇਹਨਾਂ ਦੇ ਹੌਲੀ ਹੌਲੀ ਕਬੀਲੇ ਸੀਗੇ ਜਿਹੜੇ ਮੁੱਖ ਤੌਰ 'ਤੇ 5 ਕਬੀਲੇ ਸੀ ਜਿਹੜੇ ਬਣ ਗਏ ਸੀ। ਉਹ ਸੀ ਅਨੂ, ਭਰਤ, ਪੁਰੂ, ਜਦੂ, ਪੁਰਵਸ਼। ਇਹਨਾਂ ਕਬੀਲਿਆਂ ਨੂੰ ਕੀ ਕਹਿ ਦਿੰਦੇ ਸੀ? ਜਣ ਕਹਿ ਦਿੰਦੇ ਸੀ। ਅਤੇ ਇਹਨਾਂ ਪੰਜਾਂ ਨੂੰ ਮਿਲਾ ਕੇ ਪੰਚਨੰਦ ਬਣ ਜਾਂਦਾ ਸੀ। ਆਰੀਆ ਦੇ ਜਿਹੜੇ 5 ਕਬੀਲੇ ਸੀ, ਅਨੂ, ਭਰਤ, ਪੁਰੂ,
ਜਦੋ, ਪੁਰਵਸ਼, ਅਤੇ ਇਹਨਾਂ ਨੂੰ ਮਿਲਾ ਕੇ ਜਿਹੜਾ ਇਹਨਾਂ ਕਬੀਲਿਆਂ ਨੂੰ ਜਣ ਕਹਿੰਦੇ ਸੀਗੇ। ਪੰਜਾਂ ਨੂੰ ਜਦੋਂ ਮਿਲਾ ਲੈਂਦੇ ਸੀ ਇਹਨਾਂ ਨੂੰ ਪੰਚ ਨੰਦ ਕਹਿ ਦਿੰਦੇ ਸੀ। ਆਰੀਆ ਭਾਰਤ ਵਿੱਚ ਪਹਿਲਾਂ ਤੋਂ ਰਹਿਣ ਵਾਲਿਆਂ ਨੂੰ ਅਨਾਰੀਆ ਕਹਿੰਦੇ ਸੀ, ਭਾਵ ਕਿ ਜਿਹੜੇ ਲੋਕ ਆਲਰੇਡੀ ਭਾਰਤ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਇਹਨਾਂ ਨੇ ਕੀ ਕਿਹਾ, ਅਨਾਰੀਆ। ਜਿਹੜੇ ਇਹ ਅਨਾਰੀਆ ਸੀ ਆਪਾਂ ਕੱਲ੍ਹ ਵੀ ਕਰਿਆ ਸੀਗਾ ਫਸਟ ਲੈਕਚਰ ਦੇ ਵਿੱਚ, ਜੋ ਦਾਸ ਜਾਂ ਦਸਿਓਈ ਸੀ ਦੱਖਣੀ ਭਾਰਤ ਦੇ ਵਿੱਚ ਰਹਿੰਦੇ ਸੀਗੇ, ਉਹ ਸੀਗੇ ਜੀ ਉਹਨਾਂ ਦਾ ਰੰਗ ਸੀ, ਉਹਨਾਂ ਦੀ ਜਿਹੜੀ ਲੁੱਕ ਸੀ, ਜਿਵੇਂ ਇਹ ਉੱਤਰੀ ਭਾਰਤ ਵਿੱਚ ਰਹਿੰਦੇ ਸੀਗੇ ਅਤੇ ਇਹਨਾਂ ਦਾ ਨੱਕ ਸੀਗਾ ਜਿਹੜਾ ਤਿੱਖਾ ਸੀਗਾ, ਗੋਰੇ ਰੰਗ ਦੇ ਸੀ। ਪਰ ਇਹ ਜਿਹੜੇ ਅਨਾਰੀਆ ਲੋਕ ਸੀ ਆਲਰੇਡੀ ਭਾਰਤ ਦੇ ਵਿੱਚ ਰਹਿ ਰਹੇ ਸੀ ਦੱਖਣੀ ਭਾਗ ਵਿੱਚ, ਉਹਨਾਂ ਨੂੰ ਦਾਸ ਜਾਂ ਦਸਿਓਊ ਕਹਿੰਦੇ ਸੀ। ਉਹਨਾਂ ਦਾ ਰੰਗ ਕਾਲਾ ਸੀ, ਚਾਪਟਾ ਨੱਕ ਸੀ ਅਤੇ ਕੱਦ ਛੋਟਾ ਸੀ। ਉੱਤਰੀ ਮੱਧ ਭਾਰਤ 'ਤੇ ਇਹਨਾਂ ਦਾ ਕਬਜ਼ਾ ਸੀ ਜਿਹੜੇ ਆਰੀਆ ਲੋਕ ਸੀ, ਅਤੇ ਜਿੱਥੇ ਇਹਨਾਂ ਨੇ ਕਬਜ਼ਾ ਕੀਤਾ ਆਰੀਆ ਲੋਕਾਂ ਨੇ ਉੱਤਰੀ ਮੱਧ ਭਾਰਤ 'ਤੇ, ਉਸ ਨੂੰ ਆਰੀਆ ਵਰਤ ਕਿਹਾ ਜਾਂਦਾ। ਆਰੀਆ ਇੱਥੋਂ ਕਲੀਅਰ ਨਹੀਂ ਹੈ ਜੀ, ਆਰੀਆ ਵਰਤ ਕਹਿ ਦਿੰਦੇ ਆ। ਰਿਗਵੇਦ ਵਿੱਚ ਭੂਗੋਲਿਕ ਖੇਤਰ, ਰਿਗਵੇਦ ਦੇ ਵਿੱਚ ਜਿਹੜਾ ਇਹਦਾ ਭੂਗੋਲਿਕ ਖੇਤਰ ਦੱਸਿਆ ਗਿਆ ਹੈ ਉਹ ਹਿਮਾਲਿਆ ਦਾ ਸਥਾਨ ਦੱਸਿਆ ਗਿਆ ਵੀ ਹਿਮਾਲਿਆ ਦੇ ਇਰਦ ਗਿਰਦ ਰਹਿੰਦੇ ਸੀ। 25 ਨਦੀਆਂ ਦਾ ਵਰਣਨ ਕੀਤਾ ਗਿਆ ਰਿਗਵੇਦ ਦੇ ਵਿੱਚ, ਜਿਨ੍ਹਾਂ ਵਿੱਚੋਂ 7 ਬਹੁਤ ਹੀ ਇੰਪੋਰਟੈਂਟ ਨਦੀਆਂ ਨੇ, ਜਿਨ੍ਹਾਂ ਨੂੰ ਉਸ ਸਮੇਂ ਕੁਛ ਹੋਰ ਕਹਿੰਦੇ ਸੀਗੇ ਅਤੇ ਹੁਣ ਆਪਾਂ ਜਿਵੇਂ ਸਤਲੁਜ, ਰਿਆ, ਰਾਵੀ, ਬਿਆਸ, ਚਨਾਬ ਕਹਿ ਦਿੰਦੇ ਹਾਂ। ਤਾਂ ਉਹਨਾਂ ਦੇ ਨਾਮ ਜਿਹੜੇ ਰਿਗਵੇਦ ਦੇ ਵਿੱਚ ਉਹ ਹੋਰ ਤਰ੍ਹਾਂ ਦਿੱਤੇ ਗਏ ਹਨ। ਜਿਵੇਂ ਸਤਲੁਜ ਆ ਉਹਨੂੰ ਕਹਿ ਦਿੰਦੇ ਸੀ ਸਤੌਦਰੀ, ਵਿਪਾਸਾ ਬਿਆਸ ਨੂੰ ਕਹਿ ਦਿੰਦੇ ਸੀ, ਪੁਰਸ਼ਨੀ ਰਾਵੀ ਨਦੀ ਨੂੰ ਕਹਿ ਦਿੰਦੇ ਸੀ, ਅਸਕਨੀ ਚਿਨਾਬ ਨੂੰ ਕਹਿੰਦੇ, ਬਿਨਸਤਾ ਜੇਹਲਮ ਨੂੰ, ਸਿੰਧੂ ਸੈਂਦ ਨਦੀ ਨੂੰ ਕਹਿ ਦਿੰਦੇ ਸੀ। ਆਪਾਂ ਇਹਨੂੰ ਯਾਦ ਕਰ ਸਕਦੇ ਜਿਵੇਂ ਪੁਰਸ਼ਨੀ ਨੂੰ ਪਰ ਪਲੱਸ ਸ਼ਨੀ, ਕਿਉਂਕਿ ਜਿਹੜੀ ਰਾਵੀ ਨਦੀ ਸੀਗੀ ਉਹ ਸ਼ਨੀ ਦੀ ਤਰ੍ਹਾਂ ਆਉਂਦੀ ਸੀ ਅਤੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀ ਸੀ। ਜਿਹੜੀ ਵਿੰਸ਼ਤਾ ਉਹ ਆਪਾਂ ਵਿਨਾਸ਼ਕਾਰੀ ਦੇ ਨਾਲ ਜੋੜ ਕੇ, ਜੇਹਲਮ ਨਦੀ ਹੈ ਜਿਹੜੀ ਉਹਦਾ ਨਾ ਵਿੰਸ਼ਤਾ ਦੇ ਨਾਲ ਵਿਨਾਸ਼ਕਾਰੀ ਨਾਲ ਜੋੜ ਕੇ ਕਰ ਸਕਦੇ ਹਾਂ, ਕਿਉਂਕਿ ਜਿਹੜੀ ਇਹ ਜੇਹਲਮ ਨਦੀ ਸੀ ਇਹ ਵੀ ਬਹੁਤ ਜ਼ਿਆਦਾ ਨੁਕਸਾਨ ਕਰਦੀ ਸੀ। ਅਤੇ 7ਵੀਂ ਹੈ ਜੀ ਸਰਸਵਤੀ ਨਦੀ, ਇਹ ਸਭ ਤੋਂ ਪਵਿੱਤਰ ਮੰਨਦੇ ਸੀ ਸਰਸਵਤੀ ਨਦੀ ਨੂੰ, ਪਰ ਰੇਗਿਸਤਾਨ ਦੇ ਵਿੱਚ ਲੁਪਤ ਹੋ ਗਈ ਹੈ, ਖਤਮ ਹੋ ਚੁੱਕੀ ਹੈ। ਬਟ ਇਹ ਹੈ ਜਿਵੇਂ ਆਪਾਂ ਕੱਲ੍ਹ ਹੀ ਕਰਿਆ ਸੀ, ਜਿਹੜਾ ਆਧੁਨਿਕ ਨਾਂ ਗਾ ਸਰਸਵਤੀ ਨਦੀ ਦਾ ਉਹ ਹੈ ਜੀ ਘੱਗਰ ਨਦੀ, ਜੋ ਕਿੱਥੇ ਆ, ਰਾਜਸਥਾਨ ਦੇ ਵਿੱਚ ਆ, ਜਿੱਥੇ ਆਪਾਂ ਕਰਿਆ ਸੀ ਕਾਲੀਬੰਗਾ ਜਿਹੜਾ ਵਸਿਆ ਹੋਇਆ ਸ਼ਹਿਰ ਆ। ਅਤੇ ਜਮੁਨਾ, ਗੰਗਾ ਵੀ ਨਦੀਆਂ ਸਨ ਉਸ ਸਮੇਂ, ਪਰ ਇਹਨਾਂ ਜਿਹੜਾ ਗੰਗਾ ਅਤੇ ਜਮੁਨਾ ਦਾ ਵਰਣਨ ਸਿਰਫ ਇੱਕ ਵਾਰ ਕੀਤਾ ਗਾ ਇਹਨਾਂ ਨੇ, ਇੱਕ ਵਾਰ ਹੀ ਗੰਗਾ ਅਤੇ ਜਮੁਨਾ ਦਾ ਜਿਹੜਾ ਵਰਣਨ ਕੀਤਾ। ਜਿਹੜੀ ਸਰਸਵਤੀ ਇਹ ਸਭ ਤੋਂ ਪਵਿੱਤਰ ਨਦੀ ਮੰਨਦੇ ਸੀ, ਜਿਹਨੂੰ ਅੱਜ ਕੱਲ੍ਹ ਘੱਗਰ ਨਦੀ ਕਹਿ ਦਿੰਦੇ ਆਪਾਂ। ਅਤੇ ਜਿਹੜੇ ਆ ਸਤਲੁਜ ਸੀਗੇ ਇਹਨੂੰ ਸਤੌਦਰੀ, ਬਿਆਸ ਨੂੰ ਬਿਪਾਸਾ, ਰਾਵੀ ਨੂੰ ਪੁਰਸ਼ਨੀ, ਚਿਨਾਬ ਨੂੰ ਆਸਕਨੀ, ਜੇਹਲਮ ਨੂੰ ਬਿਨਸਤਾ, ਸਿੰਧ ਨੂੰ ਸਿੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜੇਕਰ ਆਪਾਂ ਕਰੀਏ ਜੀ ਵੇਦਾਂ ਦੀ ਗੱਲ, ਤਾਂ ਉਸ ਸਮੇਂ 4 ਵੇਦ ਸੀ, ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ, ਜਿਨ੍ਹਾਂ ਦੀ ਰਚਨਾ ਕੀਤੀ ਗਈ ਸੀ, ਜੋ ਕਿ ਬਹੁਤ ਹੀ ਮਹਾਨ ਗ੍ਰੰਥ ਸੀ, ਵੇਦ ਸੀ। ਸੰਸਾਰ ਦੀ ਜਿਹੜੀ ਸਭ ਤੋਂ ਪੁਰਾਣੀ ਪੁਸਤਕ ਰਿਗਵੇਦ ਆ, ਉਹਦੀ ਵੀ ਜਿਹੜੀ ਰਚਨਾ ਉਹ ਆਰੀਆ ਲੋਕਾਂ ਨੇ ਕੀਤੀ। ਇਹਦੇ ਵਿੱਚ ਮੰਤਰ ਆ ਜਿਹੜਾ ਕੁਦਰਤੀ ਦੇਵਤਿਆਂ ਦੀ ਪ੍ਰਸ਼ੰਸਾ ਕੀਤੀ ਗਈ ਹੈ, ਇਹਦੇ ਵਿੱਚ ਜਿਹੜੇ ਮੰਤਰ ਆ ਗਏ ਰਿਗਵੇਦ ਦੇ ਵਿੱਚ। ਇਸ ਤੋਂ ਬਿਨਾਂ ਕੁਛ ਧਰਮ ਦਰਸ਼ਨ ਗ੍ਰੰਥ ਵੀ ਮਿਲਦੇ ਆ, ਜਿਵੇਂ ਬ੍ਰਾਹਮਣ, ਅਰਨਾਇਕ, ਸੂਤਰ ਅਤੇ ਉਪਨਿਸ਼ਦ। ਮਤਲਬ ਬ੍ਰਾਹਮਣ, ਅਰਨਾਇਕ, ਸੂਤਰ ਅਤੇ ਉਪਨਿਸ਼ਦ ਜਿਹੜੇ ਇਹਦੇ ਦੇ ਧਰਮ ਦਰਸ਼ਨ ਗ੍ਰੰਥ ਆ। ਇਹ ਸਾਰਾ ਜਿਹੜਾ ਹੈਗਾ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ, ਬ੍ਰਾਹਮਣ, ਅਰਨਾਇਕ, ਸੂਤਰ, ਉਪਨਿਸ਼ਦ, ਇਹ ਇਹਨਾਂ ਦਾ ਕੀ ਆ, ਵੈਦਿਕ ਸਾਹਿਤ ਆ। ਜਿਹੜਾ ਵੈਦਿਕ ਸਾਹਿਤ ਆ ਉਹ ਲਿਖਿਆ ਗਿਆ ਜੀ ਸੰਸਕ੍ਰਿਤ ਭਾਸ਼ਾ ਦੇ ਵਿੱਚ, ਅਤੇ ਸੱਭਿਅਤਾ ਇਹਨਾਂ ਦੀ ਸੀ ਗ੍ਰਾਮੀਣ। ਇਹਨਾਂ ਦੀ ਜਿਹੜੀ ਸੱਭਿਅਤਾ ਸੀ ਉਹਨੂੰ ਗ੍ਰਾਮੀਣ ਕਹਿੰਦੇ ਸੀ, ਅਤੇ ਭਾਸ਼ਾ ਸੀ ਜਿਹੜੀ ਉਹ ਸੀ ਸੰਸਕ੍ਰਿਤ। ਜੇਕਰ ਆਪਾਂ ਇਹਨਾਂ ਦੀ ਗੱਲ ਕਰੀਏ ਜੀ ਰਾਜਨੀਤਿਕ ਜੀਵਨ ਦੇ ਬਾਰੇ, ਤਾਂ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਿ ਜਿਹੜਾ ਛੋਟੇ ਛੋਟੇ ਕਬੀਲਿਆਂ ਦੇ ਵਿੱਚ ਵੰਡਿਆ ਹੋਇਆ ਸੀ, ਜਿਵੇਂ ਅਨੂ, ਜਦੂ, ਪੁਰੂ, ਭਰਤ ਅਤੇ ਪੁਰਵਸ਼, ਜਿਨ੍ਹਾਂ ਨੂੰ ਬਣ ਕੇ ਅੱਗੇ ਜਣ ਬਣਦੇ ਸੀ, ਅਤੇ ਸਾਰਿਆਂ ਨੂੰ ਪੰਚਨਦ ਕਹਿੰਦੇ ਸੀਗੇ ਇਹਨਾਂ ਨੂੰ, ਪੰਜਾਂ ਕਬੀਲਿਆਂ ਨੂੰ। ਬਾਅਦ ਵਿੱਚ ਜਿਹੜਾ ਕੁਰੂ ਸੀ, ਪੰਚਾਲ ਅਤੇ ਵਿਦੇਹ, ਆਹ 3 ਵੱਡੇ ਰਾਜ ਬਣ ਗਏ। ਕੁਰੂ, ਆਹ ਤਾਂ ਛੋਟੇ ਛੋਟੇ ਕਬੀਲੇ ਜਿਵੇਂ ਕੁਰੂ ਹੋ ਗਿਆ, ਪੰਚਾਲ ਅਤੇ ਵਿਦੇਹ, ਇਹ 3 ਕੀ ਬਣ ਗਏ, ਵੱਡੇ ਰਾਜ ਬਣ ਗਏ। ਜਿਹੜਾ ਮੁਖੀਆ ਹੁੰਦਾ ਸੀਗਾ ਰਾਜ ਦਾ, ਉਹਨੂੰ ਕਹਿੰਦੇ ਹੁੰਦੇ ਸੀ ਰਾਜਾ ਜਾਂ ਕਹਿ ਦਿੰਦੇ ਸੀ ਰਾਜਨ। ਇਹਨਾਂ ਨੂੰ ਦੋਨੇ ਕਹਿ ਦਿੰਦੇ ਸੀ। ਜਿਹੜਾ ਮੁਖੀਆ ਹੁੰਦਾ ਸੀ ਰਾਜ ਦਾ ਉਹਨੂੰ ਰਾਜ ਵੀ ਕਹਿ ਦਿੰਦੇ ਸੀ ਅਤੇ ਰਾਜਨ ਵੀ।
ਸ਼ਕਤੀਸ਼ਾਲੀ ਰਾਜੇ ਹੁੰਦੇ ਸੀ ਜਿਹੜੇ, ਬਹੁਤ ਜ਼ਿਆਦਾ ਤਾਕਤਵਰ ਰਾਜੇ ਹੋ ਜਾਂਦੇ ਸੀ, ਉਹਨਾਂ ਨੂੰ ਸਮਰਾਟ ਕਹਿੰਦੇ ਸੀ। ਰਾਜ ਦੀ ਸਭ ਤੋਂ ਛੋਟੀ ਇਕਾਈ ਪਰਿਵਾਰ ਹੁੰਦੀ ਸੀ। ਪਰਿਵਾਰ ਦਾ ਜਿਹੜਾ ਮੁਖੀ ਹੁੰਦਾ ਸੀ ਉਹਨੂੰ ਗ੍ਰਹਿਪਤੀ ਜਾਂ ਕੁਲਪਤੀ ਕਿਹਾ ਜਾਂਦਾ ਸੀ। ਪਰਿਵਾਰ ਆ ਜਿਹੜੇ ਉਹ ਮਿਲ ਕੇ ਪਿੰਡ ਬਣਦਾ ਸੀ। ਪਿੰਡ ਨੂੰ ਗ੍ਰਾਮ ਜਾਂ ਕੁਟੰਬ ਵੀ ਕਹਿ ਦਿੰਦੇ ਸੀ। ਅਤੇ ਜਿਹੜਾ ਇਹਨਾਂ ਦਾ ਮੁਖੀ ਹੁੰਦਾ ਸੀਗਾ ਪਿੰਡਾ ਗ੍ਰਾਮ ਜਾਂ ਕੁਟੰਬ ਦਾ, ਉਹਨੂੰ ਗ੍ਰਾਮਨੀ ਕਹਿੰਦੇ ਸੀਗੇ। ਪਿੰਡ ਮਿਲ ਕੇ ਅੱਗੇ ਵਿਸ਼ ਬਣ ਜਾਂਦੇ ਸੀ। ਵਿਸ਼ਾਂ ਦੇ ਜਿਹੜੇ ਮੁਖੀ ਹੁੰਦੇ ਸੀ ਵਿਸ਼ਪਤੀ, ਜਿਵੇਂ ਵਿਸ਼ ਕੀ ਹੈ ਜਿਹੜੇ ਆਧੁਨਿਕ ਆਪਾਂ ਜ਼ਿਲ੍ਹੇ ਕਹਿ ਦਿੰਦੇ ਹਾਂ, ਠੀਕ ਹੈ। ਜ਼ਿਲ੍ਹਿਆਂ ਦੇ ਮੁਖੀ ਹੁੰਦੇ ਸੀ, ਭਾਵ ਕਿ ਵਿਸ਼ਾਂ ਦੇ ਮੁਖੀ ਹੁੰਦੇ ਸੀ ਉਹ ਵਿਸ਼ਪਤੀ ਹੁੰਦੇ ਸੀ। ਵਿਸ਼ਾਂ ਦੇ ਵਿਸ਼ ਮਿਲ ਕੇ ਜਦੋਂ ਵਿਸ਼ ਮਿਲ ਜਾਂਦੇ ਸੀ, ਮਤਲਬ ਜ਼ਿਲ੍ਹੇ ਮਿਲ ਜਾਂਦੇ ਸੀ ਆਪਸ ਵਿੱਚ, ਵਿਸ਼ ਮਿਲ ਜਾਂਦੇ ਸੀ ਤਾਂ ਮਿਲ ਕੇ ਜਨ ਭਾਵ ਕਿ ਰਾਜ ਦੀ ਸਥਾਪਨਾ ਹੁੰਦੀ ਸੀਗੀ। ਇੱਕ ਰਾਜ ਬਣ ਜਾਂਦਾ ਸੀ ਅਤੇ ਰਾਜ ਦਾ ਮੁਖੀ ਹੁੰਦਾ ਸੀ ਰਾਜਾ ਜਾਂ ਉਹਨੂੰ ਰਾਜਨ ਕਹਿ ਦਿੰਦੇ ਸੀ, ਅਤੇ ਸ਼ਕਤੀਸ਼ਾਲੀ ਰਾਜੇ ਨੂੰ ਸਮਰਾਟ ਕਹਿ ਦਿੰਦੇ ਸੀ। ਹੁਣ ਆਪਾਂ ਗੱਲ ਕਰੀਏ ਜੀ ਇਹਨਾਂ ਦੀਆਂ ਜਿਹੜੇ ਕਿਹੜੇ ਅਧਿਕਾਰੀ ਹੁੰਦੇ ਸੀਗੇ ਵੈਦਿਕ ਕਾਲ ਦੇ ਵਿੱਚ ਵੱਖ-ਵੱਖ ਅਹੁਦਿਆਂ 'ਤੇ, ਅਤੇ ਰਾਜੇ ਦੀ ਕੌਣ ਸਹਾਇਤਾ ਕਰਦਾ ਸੀ। ਤਾਂ ਸਭ ਤੋਂ ਪਹਿਲਾਂ ਜੀ 2 ਸੰਸਥਾਵਾਂ ਹੁੰਦੀਆਂ ਸੀ, ਸਭਾ ਅਤੇ ਸਮਿਤੀ। ਇਹ ਰਾਜੇ ਦੀ ਸਹਾਇਤਾ ਲਈ ਬਣੀਆਂ ਹੁੰਦੀਆਂ ਸੀ 2 ਸੰਸਥਾਵਾਂ, ਸਭਾ ਅਤੇ ਸਮਿਤੀ। ਸਭਾ ਦੇ ਵਿਸ਼ੇਸ਼ ਉੱਚ ਅਧਿਕਾਰੀ ਰਾਜੇ ਦੀ ਮਦਦ ਲਈ ਚੁਣੇ ਜਾਂਦੇ ਸੀ। ਜਿਹੜੇ ਉੱਚ ਅਧਿਕਾਰੀ ਹੁੰਦੇ ਸੀ ਉਹ ਕਿਉਂ ਚੁਣਦੇ ਸੀ ਉੱਚ ਅਧਿਕਾਰੀ, ਤਾਂ ਜੋ ਜਿਹੜਾ ਰਾਜਾ ਉਹਦੀ ਹੈਲਪ ਹੋ ਸਕੇ। ਸਭਾ ਦਾ ਜਿਹੜਾ ਜਦੋਂ ਸਭਾ ਅਤੇ ਸਹਿਮਤੀ 2 ਸੰਸਥਾਵਾਂ ਨੇ, ਜੋ ਸਭਾ ਦਾ ਪ੍ਰਧਾਨ ਹੁੰਦਾ ਸੀ ਉਹਨੂੰ ਕਹਿੰਦੇ ਹੁੰਦੇ ਸੀ ਇਮਾਨ। ਸਭਾ ਦੇ ਪ੍ਰਧਾਨ ਨੂੰ ਇਮਾਨ ਕਹਿ ਦਿੰਦੇ ਸੀ। ਸਲਾਹ ਦੇਣ ਲਈ ਆਮ ਸੰਗਠਨ ਸੰਮਤੀ ਵਿੱਚ, ਜਿਹੜੇ ਆਮ ਸੰਗਠਨ ਬਣਾ ਲੈਂਦੇ ਸੀ ਉਹ ਕਿੱਥੇ ਹੁੰਦਾ ਸੀ, ਸਲਾਹ ਦੇਣ ਦੇ ਲਈ ਸਮਿਤੀ ਦੇ ਵਿੱਚ ਹੁੰਦਾ ਸੀ। ਰਾਜ ਅਧਿਕਾਰੀਆਂ ਵਿੱਚ ਪੁਰੋਹਿਤ ਹੁੰਦਾ ਸੀ ਜਿਹੜਾ, ਉਹ ਮੁੱਖ ਸਲਾਹਕਾਰੀ ਹੁੰਦਾ ਸੀ। ਜਿਹੜੇ ਰਾਜ ਦੇ ਅਧਿਕਾਰੀ ਹੁੰਦੇ ਸੀ ਉਹਦੇ ਵਿੱਚ ਜਿਹੜਾ ਪੁਰੋਹਿਤ ਹੁੰਦਾ ਸੀ, ਉੱਚ ਅਧਿਕਾਰੀ ਹੁੰਦਾ ਸੀ, ਮੁੱਖ ਸਲਾਹਕਾਰ ਹੁੰਦਾ ਸੀਗਾ ਉਹ। ਸੈਨਾਨੀ ਮੁੱਖ ਸੈਨਾਪਤੀ ਹੁੰਦਾ ਸੀ। ਜਿਹੜਾ ਫੈਸਲਾ ਕਰਦਾ ਸੀ, ਨਿਰਣਾ ਕਰਦਾ ਸੀ, ਉਹਨੂੰ ਕਹਿੰਦੇ ਸੀ ਗ੍ਰਾਮ ਬਾਦਨ। ਉਹਨੂੰ ਕਹਿੰਦੇ ਸੀ ਜੀ ਗ੍ਰਾਮ ਬਾਦਨ। ਕਿਲ੍ਹੇ ਨੂੰ ਕਿਲ੍ਹਾ ਹੁੰਦਾ ਸੀ ਉਹਨੂੰ ਪੁਰ ਕਹਿੰਦੇ ਹੁੰਦੇ ਸੀ। ਉਹਦੇ ਪੁਰ ਦਾ ਜਿਹੜਾ ਮੁਖੀ ਹੁੰਦਾ ਸੀ, ਮਤਲਬ ਕਿਲ੍ਹੇ ਦਾ ਮੁਖੀ ਹੁੰਦਾ ਸੀ, ਉਹਨੂੰ ਪੁਰਪਤੀ ਕਹਿੰਦੇ ਸੀ। ਉਗਰ ਹੁੰਦਾ ਸੀ ਇੱਕ ਅਧਿਕਾਰੀ ਜੋ ਅਪਰਾਧੀ ਫੜਨ ਦਾ ਕੰਮ ਕਰਦਾ ਸੀ। ਹਾਂਜੀ, ਇੱਥੇ ਆਪਾਂ ਗੱਲ ਕਰੀਏ 2 ਸੰਸਥਾਵਾਂ ਦੀ, ਸਭਾ ਅਤੇ ਸਮਿਤੀ ਦੀ। ਸਭਾ ਦੇ ਵਿਸ਼ੇਸ਼ ਉੱਚ ਅਧਿਕਾਰੀ ਰਾਜੇ ਦੀ ਮਦਦ ਲਈ ਹੁੰਦੇ ਸੀ। ਸਭਾ ਦੇ ਪ੍ਰਧਾਨ ਨੂੰ ਇਮਾਨ ਕਹਿੰਦੇ ਸੀ। ਸਲਾਹ ਦੇਣ ਲਈ ਆਮ ਸੰਗਠਨ ਸਹਿਮਤੀ ਵਿੱਚ ਹੁੰਦਾ ਸੀ। ਰਾਜੇ ਅਧਿਕਾਰੀਆਂ ਵਿੱਚ ਪੁਰੋਹਿਤ ਹੁੰਦਾ ਸੀ ਜਿਹੜਾ ਮੁੱਖ ਸਲਾਹਕਾਰ ਹੁੰਦਾ ਸੀ। ਸੈਨਾਨੀ ਮੁੱਖ ਸੈਨਾਪਤੀ। ਫੈਸਲਾ ਕਰਨ ਵਾਲਾ ਗ੍ਰਾਮ ਬਾਦਨ। ਕਿਲ੍ਹੇ ਨੂੰ ਪੁਰ ਕਿਹਾ ਜਾਂਦਾ ਸੀ। ਪੁਰ ਦਾ ਮੁਖੀ ਪੁਰਪਤੀ ਹੁੰਦਾ ਸੀ। ਉਗਰ ਹੁੰਦਾ ਸੀ ਅਧਿਕਾਰੀ ਜਿਹੜਾ, ਉਹ ਅਪਰਾਧੀਆਂ ਨੂੰ ਫੜਨ ਦਾ ਕੰਮ ਕਰਦਾ ਸੀ। ਜੇਕਰ ਆਪਾਂ ਗੱਲ ਕਰੀਏ ਇਹਨਾਂ ਦੇ ਸਮਾਜਿਕ ਜੀਵਨ ਦੇ ਬਾਰੇ, ਇਹਨਾਂ ਦਾ ਜਿਹੜਾ ਸਮਾਜਿਕ ਜੀਵਨ ਸੀ ਬਹੁਤ ਵਧੀਆ ਸੀ। ਜਾਤੀ ਪ੍ਰਥਾ ਸੀ ਉਹ ਵੀ ਕਠੋਰ ਨਹੀਂ ਸੀਗੀ। ਜਿਹੜੀਆਂ ਇਸਤਰੀਆਂ ਸੀ ਉਹਨਾਂ ਨੂੰ ਬਹੁਤ ਸਤਿਕਾਰ ਆਦਰ ਕੀਤਾ ਜਾਂਦਾ ਸੀ ਉਹਨਾਂ ਦਾ। ਉਸ ਸਮੇਂ ਦੀਆਂ ਜਿਹੜੀਆਂ ਪ੍ਰਸਿੱਧ ਇਸਤਰੀਆਂ ਹਨ ਜੀ, ਆਪਲਾ, ਕੋਸ਼ਾ ਅਤੇ ਵਿਸ਼ਵਰਾ। 3 ਔਰਤਾਂ ਜੀ ਕਈ ਵਾਰ ਪੁੱਛ ਲੈਂਦੇ ਆ ਵੀ ਵੈਦਿਕ ਕਾਲ ਦੀਆਂ ਜਿਹੜੀਆਂ ਮਸ਼ਹੂਰ ਇਸਤਰੀਆਂ ਜਾਂ ਪ੍ਰਸਿੱਧ ਇਸਤਰੀਆਂ ਉਹਨਾਂ ਦੇ ਨਾਮ ਕੀ ਆ। ਆਪਲਾ, ਕੋਸ਼ਾ ਅਤੇ ਵਿਸ਼ਵਰਾ 3 ਹੀ ਇਸਤਰੀਆਂ ਸੀ। ਇਸ ਤੋਂ ਬਿਨਾਂ ਜਿਹੜੀਆਂ ਇਸਤਰੀਆਂ ਕੁਆਰੀਆਂ ਰਹਿ ਜਾਂਦੀਆਂ ਸੀਗੀਆਂ, ਵੀ ਸਾਰੀ ਉਮਰ ਕੁਆਰੀਆਂ ਹੀ ਸੋਚ ਲੈਂਦੀਆਂ ਸੀ ਵੀ ਅਸੀਂ ਕੁਆਰੀਆਂ ਰਹਿਣਾ, ਜਿਹੜੀਆਂ ਕੁੜੀਆਂ ਉਹਨਾਂ ਨੂੰ ਕਹਿੰਦੇ ਸੀ ਅਮਾਜੂ। ਉਹਨਾਂ ਨੂੰ ਜੀ ਕਿਹਾ ਜਾਂਦਾ ਸੀ ਅਮਾਜੂ। ਇਹ ਬਹੁਤ ਹੀ ਇੰਪੋਰਟੈਂਟ ਹੈ। ਅਤੇ ਮਨੋਰੰਜਨ ਦੀ ਗੱਲ ਕਰੀਏ ਤਾਂ ਜੀ ਰੱਥ ਦੌੜ, ਘੋੜਸਵਾਰੀ ਕਰਦੇ ਸੀ, ਸ਼ਿਕਾਰ ਖੇਡਦੇ ਸੀ ਅਤੇ ਸੰਗੀਤ ਵੀ ਸੁਣਦੇ ਸੀ। ਜੇ ਆਪਾਂ ਗੱਲ ਕਰੀਏ ਇਹਨਾਂ ਦੇ ਨਸ਼ੀਲਾ ਪਦਾਰਥ ਕਿਹੜਾ ਵਰਤਦੇ ਸੀ ਤਾਂ ਉਹ ਸੀ ਜੀ ਸੋਮਰਸ ਅਤੇ ਸੁਰਾਂ ਦੀ ਵੀ ਵਰਤੋਂ ਕਰਦੇ ਸੀ। ਸ਼ਰਾਬ ਕਹਿੰਦੇ ਆ ਜਿਹਨੂੰ ਜੀ, ਸਭ ਤੋਂ ਨਸ਼ੀਲਾ ਪਦਾਰਥ ਵਰਤਦੇ ਸੀਗੇ ਜਿਹੜਾ ਆਪਾਂ ਕਹਿ ਲਈਏ ਪੀਣ ਵਾਲਾ, ਉਹ ਸੀ ਜੀ ਸੋਮਰਸ ਮੀਨਜ਼ ਸ਼ਰਾਬ ਵਰਤਦੇ ਸੀ ਇਹ। ਇਸਤਰੀਆਂ ਸੀ ਜਿਹੜੀਆਂ ਮਰਜ਼ੀ ਅਨੁਸਾਰ ਵਿਆਹ ਕਰਾ ਸਕਦੀਆਂ ਸੀ। ਇਸਤਰੀਆਂ 'ਤੇ ਮਤਲਬ ਆਪਾਂ ਕਹਿ ਦਈਏ ਆਜ਼ਾਦੀ ਸੀ ਉਹਨਾਂ ਨੂੰ ਉਹਦਾ ਵਿਆਹ ਕਰਾਉਣ ਦੀ, ਅਤੇ ਉਹ ਐਵੇਂ ਕਰਦੀਆਂ ਸੀਗੀਆਂ, ਕੋਈ ਸ਼ਰਤ ਰੱਖ ਦਿੰਦੀਆਂ ਸੀ, ਜਿਹੜਾ ਉਹ ਪੂਰੀ ਕਰਦਾ ਸੀ ਤਾਂ ਉਸਨੂੰ ਆਪਣਾ ਪਤੀ ਹੈ ਜਿਹੜਾ ਉਹ ਖੁਸ਼ ਕਰ ਦਿੰਦੀਆਂ ਸੀ। ਇਸ ਤਰ੍ਹਾਂ ਉਹਨਾਂ ਨੂੰ ਪੂਰੀ ਖੁੱਲ੍ਹ ਸੀਗੀ, ਪੜ੍ਹਨ ਲਿਖਣ ਦੀ ਵੀ ਉਹਨਾਂ ਨੂੰ ਆਜ਼ਾਦੀ ਸੀ। ਅਤੇ ਆਰੀਆ ਅਤੇ ਅਨਾਰੀਆ ਉਸ ਸਮੇਂ 2 ਜਾਤਾਂ ਸੀਗੀਆਂ, ਆਰੀਆ ਅਤੇ ਅਨਾਰੀਆ। ਜੀ ਆਰੀਆ ਤਾਂ ਸੀਗੇ ਜਿਹੜੇ ਇਹ ਆਪ ਜਿਹੜੇ ਆਏ ਸੀਗੇ ਵੈਦਿਕ ਪੀਰੀਅਡ ਦੇ ਸਮੇਂ ਬਾਹਰੋਂ ਆਏ ਸੀ। ਅਨਾਰੀਆ ਜਿਹੜੇ ਆਲਰੇਡੀ ਭਾਰਤ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ। ਆਪਾਂ ਆਲਰੇਡੀ ਇਹਨਾਂ ਵਿੱਚ ਫਰਕ ਆ, ਜਿਹੜਾ ਡਿਫਰੈਂਸ ਹੈ ਉਹ ਕਰ ਚੁੱਕੇ ਹਾਂ। ਜਿਹੜੇ ਅਨਾਰੀਆ ਸੀ, ਆਰੀਆ ਸੀ ਉਹ ਗੋਰੇ ਸੀ, ਅਨਾਰੀਆ ਕਾਲੇ ਸੀ ਇਹ, ਠੀਕ ਹੈ। ਜਿਹੜੇ ਆਰੀਆ ਸੀਗੇ ਇਹਨਾਂ ਦੀਆਂ ਹੀ 4 ਜਾਤਾਂ ਸੀਗੀਆਂ ਅੱਗੇ, ਜਿਵੇਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਹ ਕੰਮ ਦੇ ਆਧਾਰ 'ਤੇ ਵੰਡੇ ਹੋਏ ਸੀ। ਮੰਨ ਲਓ ਜੇਕਰ ਬ੍ਰਾਹਮਣ ਆ ਜਿਹੜਾ
ਉਹ ਖੱਤਰੀ ਦਾ ਕੰਮ ਕਰਦਾ ਤਾਂ ਉਹਨੂੰ ਖੱਤਰੀ ਹੀ ਸਮਝਿਆ ਜਾਵੇਗਾ, ਨਾ ਕਿ ਉਹਨੂੰ ਬ੍ਰਾਹਮਣ। ਮਤਲਬ ਕਿ ਕਿੱਤੇ ਦੇ ਆਧਾਰ 'ਤੇ ਜਾਤ ਬਣਾਉਂਦੇ ਸੀਗੇ ਇਹ। ਆਰਥਿਕ ਜੀਵਨ ਦੀ ਹੁਣ ਆਪਾਂ ਗੱਲ ਕਰਾਂਗੇ ਜੀ। ਇਹ ਤਾਂ ਸੀ ਉਹਨਾਂ ਦਾ ਸਮਾਜਿਕ ਜੀਵਨ ਕਿਹੋ ਜਿਹਾ ਸੀ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਆਰਥਿਕ ਜੀਵਨ ਦੇ ਬਾਰੇ। ਸਭ ਤੋਂ ਪਹਿਲਾਂ ਜੀ ਮੁੱਖ ਕਿੱਤਾ ਉਹਨਾਂ ਦਾ ਕੀ ਸੀ? ਮੁੱਖ ਕਿੱਤਾ ਸੀ ਉਹਨਾਂ ਦਾ ਪਸ਼ੂ ਪਾਲਣਾ ਅਤੇ ਖੇਤੀਬਾੜੀ। ਕੁਝ ਲੋਕ ਸੀਗੇ ਜਿਹੜੇ ਕਿ ਉਦਯੋਗਿਕ ਧੰਦੇ ਅਤੇ ਵਪਾਰ ਵੀ ਕਰ ਲੈਂਦੇ ਸੀ। ਵਟਾਂਦਰਾ ਪ੍ਰਣਾਲੀ ਸੀ, ਵਪਾਰ ਦੀਆਂ ਚੀਜ਼ਾਂ ਸੀ। ਉਹਨਾਂ ਲਈ ਜਿਹੜੇ ਲੋਕ ਵਪਾਰ ਕਰਦੇ ਸੀ, ਮਤਲਬ ਇੱਕ ਚੀਜ਼ ਦੇ ਬਦਲੇ ਮੈਂ ਤੈਨੂੰ ਆਹ ਚੀਜ਼ ਦਊਂਗਾ ਅਤੇ ਤੁਸੀਂ ਮੈਨੂੰ ਇਹ ਦੇ ਦਿਓ। ਤਾਂ ਇਸ ਤਰ੍ਹਾਂ ਵਟਾਂਦਰਾ ਜਿਹੜੀ ਪ੍ਰਣਾਲੀ ਸੀ, ਆਪਸ ਵਿੱਚ ਚੀਜ਼ਾਂ ਦੀ ਵਟਾਂਦਰਾ ਕਰ ਲੈਂਦੀ ਸੀ ਆਪਸ ਵਿੱਚ, ਉਹ ਵੀ ਪ੍ਰਚਲਿਤ ਸੀ। ਸਿੱਕਿਆਂ ਦੀ ਵਰਤੋਂ ਉਹ ਨਹੀਂ ਕਰਦੇ ਸੀਗੇ, ਪਰ ਜਿਹੜੇ ਸਿੱਕੇ ਵਰਤਦੇ ਸੀਗੇ ਉਹਨਾਂ ਨੂੰ ਨਿਸ਼ਕ ਕਹਿ ਦਿੰਦੇ ਸੀਗੇ। ਇਹ ਪਣ ਜਾਂ ਪਨੀ, ਇਹਨੂੰ ਦੂਰ ਦੂਰ ਤੱਕ ਜੋ ਲੋਕ ਵਪਾਰ ਕਰਦੇ ਸੀਗੇ, ਜਿਹੜੇ ਲੋਕ ਬਾਹਰ ਜਾ ਕੇ ਦੂਰ ਦੂਰ ਤੱਕ ਵਪਾਰ ਕਰਦੇ ਸੀ, ਉਹਨਾਂ ਨੂੰ ਪਣ ਜਾਂ ਪਣੀ ਕਿਹਾ ਜਾਂਦਾ ਸੀ। ਜਿਹੜਾ ਵਿਆਜ ਲੈਣ ਵਾਲੇ ਸੀ, ਵਿਆਜ ਲੈਂਦੇ ਸੀਗੇ ਪੈਸਿਆਂ ਦੇ, ਉਹਨਾਂ ਨੂੰ ਬੇਕਨਾਟ ਜਾਂ ਸੂਦਖੋਰ ਵੀ ਕਹਿ ਦਿੱਤਾ ਜਾਂਦਾ ਸੀ। ਬੇਕਨਾਟ ਜਾਂ ਸੂਦਖੋਰ ਵਿਆਜ ਲੈਣ ਵਾਲੇ ਨੂੰ ਕਹਿੰਦੇ ਸੀ। ਗੁਣ ਜਾਂ ਵਹਾਤ, ਜਿਹੜਾ ਗੁਣ ਜਾਂ ਵਹਾਤ, ਉਹ ਇੱਕ ਵਪਾਰਕ ਸੰਘ ਨੂੰ ਕਹਿ ਦਿੰਦੇ ਸੀਗੇ, ਗੁਣ ਜਾਂ ਵਹਾਤ। ਜ਼ਮੀਨ ਉਰਬਰਾ ਅਤੇ ਖੱਲਿਆ ਦੋ ਭਾਗਾਂ 'ਚ ਵੰਡੀ ਹੁੰਦੀ ਸੀ, ਉਰਬਰਾ ਅਤੇ ਖੱਲਿਆ। ਖੱਲਿਆ ਜਾਂ ਖਿੱਲ ਵੀ ਕਹਿ ਦਿੰਦੇ ਸੀ ਉਹਨੂੰ। ਉਰਬਰਾ ਸੀ ਜਿਹੜੀ ਉਹ ਉਪਜਾਊ ਭੂਮੀ ਹੁੰਦੀ ਸੀਗੀ, ਜਿਹਦੇ ਵਧੀਆ ਖੇਤੀ ਹੁੰਦੀ ਸੀ। ਖੱਲਿਆ ਜਾਂ ਖਿੱਲ ਹੁੰਦੀ ਸੀ ਜਿਹੜੀ ਉਹ ਸਾਂਝੀ ਭੂਮੀ ਹੁੰਦੀ ਸੀ, ਚਰਾਗਾਹਾਂ ਲਈ, ਮਤਲਬ ਪਸ਼ੂਆਂ ਨੂੰ ਚਰਾਉਣ ਦੇ ਲਈ ਵਰਤਦੇ ਸੀਗੇ ਖੱਲਿਆ ਜਾਂ ਖਿੱਲ ਨੂੰ। ਅਤੇ ਜਿਹੜੀ ਮੋਸਟਲੀ ਆਪਾਂ ਕਹਿ ਲਈਏ ਸਿੰਚਾਈ ਹੁੰਦੀ ਸੀਗੀ ਖੇਤਾਂ ਦੀ, ਉਹ ਵਰਖਾ ਰਾਹੀਂ ਕਰਦੇ ਸੀ ਇਹ। ਜਿਹੜੀ ਦਾਤੀ ਸੀਗੀ, ਜਿਹੜੇ ਅਲੱਗ-ਅਲੱਗ ਆਪਾਂ ਕਹਿ ਦਈਏ ਸੰਦ ਸੀ, ਉਹਨਾਂ ਦੇ ਅਲੱਗ-ਅਲੱਗ ਨਾਮ ਸੀਗੇ, ਆਧੁਨਿਕ ਨਾਮ ਨਹੀਂ ਸੀ। ਜਿਵੇਂ ਦਾਤੀ ਸੀ ਉਹਨੂੰ ਸ਼੍ਰੇਣੀ ਕਹਿ ਦਿੰਦੇ ਸੀ, ਹਲ ਨੂੰ ਸ਼ਿਰਾ ਕਹਿ ਦਿੰਦੇ ਸੀ, ਹਲ ਦੀ ਜਿਹੜੀ ਨਾਲੀ ਆ ਉਹਨੂੰ ਸੀਤਾ ਕਹਿ ਦਿੰਦੇ ਸੀ। ਇਸ ਤੋਂ ਪਹਿਲਾਂ ਜੋ ਇੱਥੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਉਹ ਹੈ ਜੀ ਲੋਹੇ ਦੀ ਖੋਜ। ਇਸ ਸਮੇਂ ਲੋਹੇ ਦੀ ਖੋਜ ਕੀਤੀ ਗਈ ਕਿਉਂਕਿ ਜਿਹੜਾ ਆਪਾਂ ਪੜ੍ਹਿਆ ਹੀ ਆਲਰੇਡੀ, ਸਿੰਧੂ ਘਾਟੀ ਦੇ ਵਿੱਚ ਕੋਈ ਵੀ ਪ੍ਰਮਾਣ ਨਹੀਂ ਮਿਲਿਆ ਸੀ ਲੋਹੇ ਦਾ। ਉਦੋਂ ਕਾਂਸੀ ਦੇ ਜਿਹੜੇ ਬਣਾਏ ਜਾਂਦੇ ਸੀ, ਤਾਂਬੇ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸੀ, ਪਰ ਜਿਹੜੀ ਆਰੀਆ ਲੋਕ ਸੀ ਇਹਨਾਂ ਨੇ ਲੋਹੇ ਦੀ ਬਹੁਤ ਜ਼ਿਆਦਾ ਵਰਤੋਂ ਕਰੀ ਅਤੇ ਉਹਦੀ ਖੋਜ ਕਰੀ ਸੀਗੀ ਲੋਹੇ ਦੀ। ਇਹ ਕੁਐਸਚਨ ਬਹੁਤ ਵਾਰ ਪੁੱਟ ਵੀ ਕੀਤਾ ਗਿਆ ਜੀ ਪੇਪਰਾਂ ਦੇ ਵਿੱਚ। ਹੁਣ ਜੇ ਆਪਾਂ ਗੱਲ ਕਰੀਏ ਜੀ ਇਹਨਾਂ ਦੇ ਧਾਰਮਿਕ ਜੀਵਨ ਬਾਰੇ, ਕੁਦਰਤੀ ਦੇਵਤਿਆਂ ਦੀ ਪੂਜਾ ਕਰਦੇ ਸੀ ਇਹ। ਸਭ ਤੋਂ ਵੱਡਾ ਦੇਵਤਾ ਸੀ ਇੰਦਰ, ਅਤੇ ਸਭ ਤੋਂ ਪਿਆਰਾ ਹੀ ਇਹਨਾਂ ਦਾ ਇੰਦਰ ਦੇਵਤਾ ਸੀ, ਅਤੇ ਇਹਨੂੰ ਪੁਰੰਦਰ ਵੀ ਕਹਿ ਦਿੰਦੇ ਹਾਂ ਆਪਾਂ। ਵਰਖਾ ਅਤੇ ਯੁੱਧ ਲਈ ਇਹਦੀ ਪੂਜਾ ਕਰਦੇ ਸੀ, ਤਾਂ ਉਹਨੂੰ ਮਤਲਬ ਖੁਸ਼ ਕਰਨ ਦੇ ਲਈ ਇੰਦਰ ਦੇਵਤੇ ਦੀ ਪ੍ਰਸ਼ੰਸਾ ਕਰਦੇ ਸੀ। ਤਾਂ ਉਸ ਪ੍ਰਸ਼ੰਸਾ ਦੇ ਲਈ ਇਹਨਾਂ ਨੇ 250 ਮੰਤਰ ਬਣਾਏ ਹੋਏ ਸੀ ਸਿਰਫ ਇੰਦਰ ਦੇਵਤੇ ਨੂੰ ਖੁਸ਼ ਕਰਨ ਦੇ ਲਈ, ਅਤੇ ਇਹਨਾਂ ਦਾ ਸਭ ਤੋਂ ਪਿਆਰਾ ਦੇਵਤਾ ਸੀ। ਅਤੇ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਜੀ। ਦੂਜਾ ਵੱਡਾ ਦੇਵਤਾ ਸੀ ਜੀ ਇਹਨਾਂ ਦਾ ਵਰੁਣ, ਅਤੇ ਤੀਜੇ ਜੀ ਅਗਨੀ ਪੂਜਾ ਵੀ ਕਰਦੇ ਸੀ ਇਹ। ਲੋਕਾਂ ਤੋਂ ਦੇਵਤਿਆਂ 'ਚ ਸੰਪਰਕ ਕਾਇਮ ਕਰਨ ਦੇ ਲਈ ਕਰਦੇ ਸੀਗੇ ਜਿਹੜੀ ਅਗਨੀ ਪੂਜਾ, ਤਾਂ ਜੋ ਜਿਹੜੇ ਲੋਕ ਆ ਅਤੇ ਦੇਵਤੇ ਉਹਨਾਂ ਵਿੱਚ ਆਪਸ ਵਿੱਚ ਸੰਪਰਕ ਆ ਜਿਹੜਾ ਕਾਇਮ ਹੋ ਸਕੇ। ਇਸ ਤੋਂ ਇਲਾਵਾ ਇਹ ਉਸ਼ਾ, ਰਾਤ ਦੇਵੀ, ਧਰਤੀ ਦੇਵੀ, ਵਣ ਦੇਵੀ, ਅਰਨਾਈ ਦੇਵੀ ਦੀ ਪੂਜਾ ਵੀ ਕਰਦੇ ਸਨ। ਸਭ ਤੋਂ ਪਵਿੱਤਰ ਆਪਾਂ ਜੇਕਰ ਪਸ਼ੂ ਮੰਨ ਲਈਏ, ਸਭ ਤੋਂ ਪਵਿੱਤਰ ਮੰਨਦੇ ਸੀ ਜੀ ਇਹ ਗਾਂ ਨੂੰ। ਆਪਾਂ ਪੜ੍ਹਿਆ ਗਾ ਕਿ ਸਿੰਧੂ ਘਾਟੀ ਵਿੱਚ ਗਾਂ ਨੂੰ ਪਵਿੱਤਰ ਨਹੀਂ ਮੰਨਿਆ ਜਾਂਦਾ ਸੀ, ਪਰ ਆਰੀਏ ਦੇ ਵਿੱਚ ਸਭ ਤੋਂ ਪਵਿੱਤਰ ਮੰਨਦੇ ਸੀ ਗਾਂ ਨੂੰ। ਅਤੇ ਪਿਆਰਾ ਪਸ਼ੂ ਮੰਨਦੇ ਸੀ ਜਿਹੜਾ ਇਹਨਾਂ ਨੂੰ ਬਹੁਤ ਹੀ ਪਿਆਰਾ ਲੱਗਦਾ ਸੀ, ਉਹ ਸੀ ਘੋੜਾ। ਅਤੇ ਪਵਿੱਤਰ ਨਦੀ ਮੰਨਦੇ ਸੀ ਜੀ ਸਰਸਵਤੀ ਨੂੰ, ਅਤੇ ਸਭ ਤੋਂ ਪਿਆਰਾ ਦੇਵਤਾ ਇਹਨਾਂ ਦਾ ਇੰਦਰ ਸੀ। ਜੇ ਆਪਾਂ ਹੁਣ ਗੱਲ ਕਰੀਏ, ਵੀਡੀਓ ਦੇ ਸਟਾਰਟਿੰਗ 'ਚ ਆਪਾਂ ਦੋ ਭਾਗ ਕਰੇ ਸੀ, ਇੱਕ ਰਘੁਵੈਦਿਕ ਕਾਲ ਸੀਗਾ, ਦੋ ਭਾਗਾਂ 'ਚ ਵੰਡਿਆ ਸੀ, ਇੱਕ ਉੱਤਰ ਵੈਦਿਕ ਕਾਲ। ਤਾਂ ਇਹਨਾਂ ਵਿੱਚ ਥੋੜ੍ਹਾ ਜਿਹਾ ਫਰਕ ਹੈ, ਮੈਂ ਪਹਿਲਾਂ ਹੀ ਦੱਸਿਆ ਸੀ। ਕੀ ਫਰਕ ਸੀ ਜੀ? ਜਿਹੜੇ ਰਿਗਵੈਦਿਕ ਲੋਕ ਸੀਗੇ, ਠੀਕ ਹੈ, ਉਹ ਇੰਦਰ ਦੀ ਪੂਜਾ ਕਰਦੇ ਸੀਗੇ, ਭਾਵ ਕਿ ਪੂਰਬ ਵੈਦਿਕ ਕਾਲ ਵਾਲੇ ਉਹ ਇੰਦਰ ਦੇਵਤੇ ਨੂੰ ਉਹਨਾਂ ਦਾ ਸਭ ਤੋਂ ਵੱਧ ਪਿਆਰਾ ਦੇਵਤਾ ਸੀ। ਪਰ ਜਿਹੜੇ ਕਿ ਆਪਾਂ ਕਹਿ ਲਈਏ ਉੱਤਰ ਵੈਦਿਕ ਵਾਲੇ ਸੀ, ਉਹ ਪ੍ਰਜਾਪਤੀ ਦੀ ਜ਼ਿਆਦਾ ਪੂਜਾ ਕਰਦੇ ਸੀਗੇ। ਅਤੇ ਉੱਤਰ ਵੈਦਿਕ ਕਾਲ ਸੀ, ਉਦੋਂ ਰਾਜੇ ਦਾ ਜਿਹੜਾ ਰਾਜ ਅਭਿਸ਼ੇਕ ਸੀਗਾ, ਉਸ ਸਮੇਂ ਸੂਰਜ ਜੱਗ ਦੀ ਵਰਤੋਂ ਜ਼ਰੂਰ ਕਰਦੇ ਸੀ ਇਹ, ਅਤੇ ਪ੍ਰਜਾਪਤੀ ਦੀ ਪੂਜਾ ਕਰਦੇ ਸੀ। ਇਸ ਤੋਂ ਬਿਨਾਂ ਇਸ ਦੇ ਬਾਰੇ ਹੋਰ ਆਪਾਂ ਇੰਪੋਰਟੈਂਟ ਗੱਲਾਂ ਕਰਦੇ ਹਾਂ ਜਿਹੜੀਆਂ ਬਹੁਤ ਜ਼ਰੂਰੀ ਹੈ।
ਸੰਖਿਆ ਦਰਸ਼ਨ ਹੈ ਜੋ ਸਭ ਤੋਂ ਭਾਰਤ ਦਾ ਪੁਰਾਣਾ ਦਰਸ਼ਨ ਹੈ, ਉਸ ਦੀ ਜਿਹੜੀ ਰਚਨਾ ਸੀ ਉਹ ਵੀ ਆਰੀਆ ਦੇ ਸਮੇਂ ਕੀਤੀ ਗਈ ਸੀ, ਵੈਦਿਕ ਕਾਲ ਵਿੱਚ ਕੀਤੀ ਗਈ ਸੀ। ਇਸ ਤੋਂ ਬਿਨਾਂ ਜਿਹੜਾ ਸਤਿਆਮੇਵ ਵਿਜੇਤਾ ਸ਼ਬਦ ਆ ਜਿਹੜਾ ਉਹ ਹੈ ਜੀ ਮੁੰਡਕੋ ਉਪਨਿਸ਼ਦ ਤੋਂ ਲਿਆ ਗਿਆ ਸਤਿਆਮੇਵ ਵਿਜੇਤਾ। ਅਤੇ ਉਹ ਕਿੱਥੋਂ ਮਿਲਦਾ, ਉਹ ਵੀ ਵੈਦਿਕ ਪੀਰੀਅਡ ਦੇ ਸਮੇਂ ਮਿਲਦਾ ਆਪਾਂ ਨੂੰ। ਅਤੇ ਮਹਾਂਕਾਵਾਂ ਦੀ ਜਦੋਂ ਗਿਣਤੀ ਹੈ 2 ਆ, ਠੀਕ ਹੈ, ਇੱਕ ਹੈਗਾ ਜੀ ਮਹਾਂਭਾਰਤ, ਇੱਕ ਰਾਮਾਇਣ, ਜਿਨ੍ਹਾਂ ਦੀ ਜਿਹੜੀ ਰਚਨਾ ਉਹ ਵੀ ਆਰੀਆ ਦੇ ਸਮੇਂ ਵੀ ਕੀਤੀ ਗਈ ਸੀ। ਜਿਹੜਾ ਮਹਾਂਭਾਰਤ ਹੈ ਉਹਨੂੰ ਦਾ ਨਾਮ ਪੁਰਾਣਾ ਸੀਗਾ, ਜਿਹੜਾ ਉਹਨੂੰ ਮਹਾਂਭਾਰਤ ਸੀ ਉਹਨੂੰ ਪੁਰਾਣਾ ਨਾਮ ਸੀ ਉਹਦਾ ਜੈ ਸੰਹਿਤਾ, ਅਤੇ ਇਹਦੀ ਜਿਹੜੀ ਰਚਨਾ ਕੀਤੀ ਸੀ ਵੇਦ ਵਿਆਸ ਜੀ ਨੇ ਕੀਤੀ ਸੀ। ਅਤੇ ਰਾਮਾਇਣ ਦੀ ਰਚਨਾ ਕੀਤੀ ਸੀ ਜੀ ਰਿਸ਼ੀ ਵਾਲਮੀਕ ਨੇ ਕੀਤੀ ਸੀ। ਗੋਤਰ ਨਾਮਕ ਸੰਸਥਾ ਦਾ ਜਨਮ, ਜਿਹੜਾ ਗੋਤਰਨਾਮਾ ਸੰਸਥਾ ਸੀ ਇਹਦਾ ਜਨਮ ਉੱਤਰ ਵੈਦਿਕ ਕਾਲ ਦੇ ਵਿੱਚ ਹੋਇਆ ਸੀ। ਇਸ ਤੋਂ ਬਿਨਾਂ ਉਸ ਸਮੇਂ 16 ਮਹਾਂਜਨਪਦ ਆ ਜਿਹੜੇ ਉਹਨਾਂ ਦੀ ਸਥਾਪਨਾ ਹੋ ਗਈ ਸੀ ਜੀ। ਅਤੇ ਇਹਨਾਂ ਦੇ ਜਿਹੜੇ ਮਹਾਂਜਨਪਦ ਆ ਇਹਨਾਂ ਦੀ ਜਿਹੜੀ ਆਪਾਂ ਨੂੰ ਜਾਣਕਾਰੀ ਹੈ ਉਹ ਮਿਲਦੀ ਹੈ ਜੀ ਬੋਧੀ ਗ੍ਰੰਥ ਅੰਗੋਤਰ ਨਿਕਾਏ ਤੋਂ। 16 ਮਹਾਂਜਨਪਦਾਂ ਦੀ ਜੋ ਜਾਣਕਾਰੀ ਮਿਲਦੀ ਆ, ਉਹਨਾਂ ਵਿੱਚੋਂ ਜਿਹੜੇ ਪ੍ਰਮੁੱਖ ਜਿਹੜੇ ਮਹਾਂਜਨਪਦ ਆ ਉਹ ਪਹਿਲਾਂ ਸੀ ਅੰਗ, ਅਤੇ ਬਾਅਦ ਵਿੱਚ ਰਾਜਧਾਨੀ ਸੀ ਜੀ ਉਹਨਾਂ ਦੀ ਚਾਂਪਾ, ਖੇਤਰ ਸਥਾਨ ਹੈਗਾ ਭਾਗਲਪੁਰ ਮਗੋਰ ਬਿਹਾਰ 'ਚ ਹੈ, ਕਾਂਸੀ ਆ ਰਾਜਧਾਨੀ ਵਾਰਾਣਸੀ ਉੱਤਰ ਪ੍ਰਦੇਸ਼, ਅਵੰਤੀ ਉਜੈਨ ਮੱਧ ਪ੍ਰਦੇਸ਼ 'ਚ, ਪੰਚਾਲ ਕੰਪਲਿਆ ਉੱਤਰ ਪ੍ਰਦੇਸ਼ 'ਚ, ਸੁਰਸੇਨ ਮਥੁਰਾ ਉੱਤਰ ਪ੍ਰਦੇਸ਼ 'ਚ ਜੀ, ਅਤੇ ਗੰਧਾਰ ਤਕਸ਼ਿਲਾ ਰਾਵਲਪਿੰਡੀ ਪਾਕਿਸਤਾਨ। ਹਾਂਜੀ, ਇਹ ਜੋ ਪ੍ਰਮੁੱਖ ਮਹਾਂਜਨਪਦ ਸੀਗੇ ਉਸ ਸਮੇਂ ਦੇ 16 ਜਨਪਦਾਂ 'ਚੋਂ, ਜਿਨ੍ਹਾਂ ਦੀ ਜਾਣਕਾਰੀ ਅੰਗੋਤਰ ਨਿਕਾਏ 'ਚੋਂ ਮਿਲਦੀ ਹੈ। ਸੋ ਅੱਜ ਦੀ ਕਲਾਸ ਆ ਜਿਹੜੀ ਇੱਥੇ ਹੀ ਸਮਾਪਤ ਹੁੰਦੀ ਆ। ਆਸਾ ਕਿ ਤੁਹਾਨੂੰ ਜਿਹੜੀ ਕਲਾਸ ਆ ਬਹੁਤ ਪਸੰਦ ਆਵੇਗੀ, ਅਤੇ ਅਗਰ ਤੁਹਾਡਾ ਕੋਈ ਸੁਝਾਅ ਆ ਜਾਂ ਕੋਈ ਵੀ ਪ੍ਰੋਬਲਮ ਹੈ ਇਹਦੇ ਵਿੱਚ, ਤਾਂ ਤੁਸੀਂ ਕਮੈਂਟ ਕਰਕੇ ਆ ਜਿਹੜਾ ਦੱਸ ਸਕਦੇ ਹੋ। ਪਲੀਜ਼ ਸ਼ੇਅਰ, ਕਮੈਂਟ ਅਤੇ ਲਾਈਕ ਜ਼ਰੂਰ ਕਰਨਾ। ਪੰਜਾਬੀ ਦੇ ਲਈ ਸਬਸਕ੍ਰਾਈਬ ਕਰਨਾ ਜੀ ਸੁਪੀਰੀਅਰ ਸਟੱਡੀ ਚੈਨਲ। ਸੋ ਧੰਨਵਾਦ। ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ।